विद्या विचारी तो परोपकारी। आप अज पॉलिटी का 5वां लैक्चर लेके आए हैं जी। इंडियन पॉलिटी आप 4 लैक्चर जिहड़े आप कर लए सीगे, लगभग मैं 2 लैक्चर होर लवांगा। लगभग 2 लैक्चरां दे विच सारी पॉलिटी समाप्त कर दांगे आपां। बाकी पीडीएफ जिहड़ा अवेलेबल सीगा, पीडीएफ की प्रोसैस तुहानूं टैलीग्राम ग्रुप तो दसदी सीगी। बाकी कोई चाहवान अगर पीडीएफ लैण लई तां इस नंबर ते संपर्क भी कर सकदा है, ठीक है ना जी। इस नंबर ते संपर्क भी कर सकदा है। पीडीएफ लैण लई, पॉलिटी का पीडीएफ लैण लई इस नंबर से संपर्क कर सकता है। पॉलिटी का पीडीएफ जो 25 रुपए में तैयार कराया गया जी सिर्फ। ते नाल पॉलिटी के पीडीएफ मीडिवल हिस्टरी का पीडीएफ भी जो कल फ्री मिलेगा, ठीक है जी। जो बच्चे ने पॉलिटी का पीडीएफ लिता होगा उन्होंने मीडिवल हिस्टरी का जो पीडीएफ होगा वो बिल्कुल फ्री दिता जाएगा। कल शामी जो पीडीएफ कोशिश करांगा जल्दी तो जल्दी वैसे टैलीग्राम ग्रुप से पै जाए। बाकी जो पीडीएफ तुहानूं मिल जाएगा जल्दी तो जल्दी, ये बिल्कुल फ्री दिता जाएगा जिसने पॉलिटी का पीडीएफ लिता होगा। जी प्रोसैस है, तुम इस नंबर से गूगल पे, पेटीएम, फोन पे कर सकते हो, ठीक है। इससे गूगल पे, फोन पे, पेटीएम करके दी स्क्रीनशॉट लेके व्हाट्सएप से हेलो भेजो, पॉलिटी का पीडीएफ थानू नाल दी नाल थानू दे दिता जाएगा, ठीक है जी। आ प्रोसैस थी पॉलिटी का पीडीएफ लैण लई। पॉलिटी का पीडीएफ पंजाबी अवेलेबल है जी। आप शुरू करन जा रहे हैं। आप पहला जिहड़े 3 भाग 3 हिस्से पढ़ ले सीगे, 3 पार्ट जिहड़े पढ़ चुके थे। आप चौथे पार्ट तो स्टार्टिंग करन जा रहे हैं, ठीक है जी। रिट भी पढ़ ले सीगे आप। ਜਿਹੜਾ ਪਾਰਟ 4 ਹੈ ਕਨਸਟੀਟਿਊਸ਼ਨ ਦਾ, ਯਾਨੀ ਕਿ ਹਿੱਸਾ 4, ਉਹਦੇ ਵਿੱਚ ਕੀ ਦਿੱਤਾ ਪਿਆ ਰਾਜ ਦੀ ਨੀਤੀ ਦੇ ਸਿਧਾਂਤ, ਯਾਨੀ ਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਆਪਾਂ ਪੜਿਆ ਸੀ ਵੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈ ਉਹ ਕਿੱਥੋਂ ਲਿੱਤੇ ਗਏ ਨੇ, ਯਾਦ ਕਰੋ ਆਇਰਲੈਂਡ ਤੋਂ। ਆਪਾਂ ਟ੍ਰਿਕ ਵੀ ਲਿੱਤੀ ਸੀ ਯਾਦ ਕਰਨ ਦੀ ਵੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਯਾਦ ਕਰਾਂਗੇ। ਡੀਐਸਪੀ ਸਾਹਿਬ ਆਇਰਲੈਂਡ ਤੋਂ ਟ੍ਰੇਨਿੰਗ ਲੈ ਕੇ ਆਏ ਨੇ। ਆ ਟ੍ਰੇਨਿੰਗ ਆਪਾਂ ਟ੍ਰਿਕ ਲਿੱਤੀ ਸੀਗੀ। ਆਪਾਂ ਡੀਐਸਪੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਉਹ ਕਿਹੜੇ ਹਿੱਸੇ ਦੇ ਵਿੱਚ, ਚੌਥੇ ਹਿੱਸੇ ਦੇ ਵਿੱਚ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਵੀ ਜਿਹੜੇ ਡੀਪੀਐਸਪੀ ਦੇ ਉਹ ਕਿੱਥੇ ਹੈ, ਰਾਜ ਦੀ ਨੀਤੀ ਸਿਧਾਂਤ ਕਿੱਥੇ ਹੈ। ਦੋਨਾਂ ਚ ਯਾਦ ਕਰ ਲਿਓ, ਕੋਸ਼ਿਸ਼ ਕਰੋ ਇੰਗਲਿਸ਼ ਵੀ ਯਾਦ ਹੋ ਜਾਣ ਵੀ ਕੁਐਸਚਨ ਜਿਹੜਾ ਉਲਝ ਨਾ ਸਕੇ। ਤੇ ਕਿਹੜੇ ਤੋਂ ਕਿਹੜੇ ਆਰਟੀਕਲ ਤੱਕ ਹੈ, ਤਾਂ ਆਰਟੀਕਲ 36 ਤੋਂ ਆਰਟੀਕਲ 51 ਤੱਕ। ਜਿਹੜਾ ਆਰਟੀਕਲ ਸ਼ਬਦ ਹੈ ਨਹੀਂ, ਆਰਟੀਕਲ ਸ਼ਬਦ ਨੂੰ 3 ਤਰੀਕੇ ਨਾਲ ਮਿਲਾਇਆ ਜਾਂਦਾ ਹੈ ਜੀ। ਇੱਕ ਤਾਂ ਆਰਟੀਕਲ ਕਹਿ ਦਿੰਦੇ ਆ, ਦੂਜਾ ਲੇਖ ਕਹਿ ਦਿੰਦੇ ਆ, ਤੀਜਾ ਅਨੁਛੇਦ ਵੀ ਕਹਿ ਦਿੰਦੇ ਆ, ठीक है। अनुच्छेद, आर्टिकल, लेख तीनों का मतलब सेम है। पेपर में तुहानूं कंफ्यूज किया जाऊगा। अनुच्छेद, आर्टिकल ते लेख दे विच ध्यान रखना है की पूछिया है, ठीक है। तीनों का मतलब सेम है, आंसर सेम आऊगा। 36 तो 51 तक आउंदे हैं डायरेक्टिव प्रिंसिपल ऑफ स्टेट पॉलिसी। ये डायरेक्टिव प्रिंसिपल ऑफ स्टेट पॉलिसी हुंदे की तुहानूं पता होने चाहिए। ਜਿਹੜੇ ਆ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੁੰਦੀ ਹੈ ਨਾ ਜੀ, ਇਹਦੇ ਵਿੱਚ ਜਿਹੜੀ ਸਰਕਾਰ ਹੈ ਉਹ ਦੱਸਦੀ ਹੈ ਵੀ ਅਸੀਂ ਕੀ ਕੰਮ ਅੱਗੇ ਕਰਨਾ ਚਾਹੁੰਦੇ ਆ। ਵੀ ਰਾਈਟ ਟੂ ਵਰਕ ਹੋਣਾ ਚਾਹੀਦਾ ਹੈ, ਵੀ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ ਹੈ। ਇਹ ਸਾਰਾ ਕੁਝ ਜਿਹੜਾ ਇਹਦੇ ਵਿੱਚ ਦੱਸਿਆ ਜਾਂਦਾ ਹੈ। ਤੇ ਕੀ ਆਪਾਂ ਇਹਨਾਂ ਨੂੰ ਕੋਰਟ 'ਚ ਮਨਵਾਈ ਕਰ ਸਕਦੇ ਆ ਵੀ ਸਰਕਾਰ ਨੇ ਜਿਹੜਾ ਰਾਈਟ ਟੂ ਵਰਕ ਦਾ ਕੰਮ ਨਹੀਂ ਦਿੱਤਾ ਜਾਂ ਫਿਰ ਲਿਵਿੰਗ ਵੇਜ ਨਹੀਂ ਦਿੱਤੀ। ਲਿਵਿੰਗ ਵੇਜ ਕੀ ਹੁੰਦਾ ਹੈ ਵੀ ਕੋਈ ਲੇਬਰ ਹੈ ਉਹ ਕੰਮ ਕਰ ਰਹੀ ਹੈ, ਸਰਕਾਰ ਕਹਿੰਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੀ ਉਹਨੂੰ ਵੇਜ, ਜਿਹੜਾ ਵੇਤਨ ਮਿਲਦਾ ਹੈ ਉਹਨੂੰ ਪੂਰਾ ਜਿੰਨਾ ਨੂੰ ਲੋੜ ਆ ਉਹਨਾਂ ਮਿਲ ਸਕੇ। ਪਰ ਕੀ ਅਗਰ ਉਹਨੂੰ ਨਹੀਂ ਮਿਲਦਾ ਵੇਤਨ, ਕੀ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦਾ ਹੈ ਵੀ ਮੇਰੇ ਡਾਇਰੈਕਟਿਵ ਪ੍ਰਿੰਸੀਪਲ ਵਾਇਲੇਟ ਹੋਇਆ? ਬਿਲਕੁਲ ਨਹੀਂ ਜੀ। ਦੇਖੋ ਅਧਿਕਾਰਾਂ ਦੇ ਵਿੱਚ ਆਪਾਂ ਜਾ ਸਕਦੇ ਹਾਂ, ਪਰ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਆਪਾਂ ਸੁਪਰੀਮ ਕੋਰਟ ਨਹੀਂ ਜਾ ਸਕਦੇ। ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ। ਪੇਪਰ ਦੇ ਵਿੱਚ ਪੁੱਛਦਾ ਕਿ ਅਸੀਂ ਡਾਇਰੈਕਟਿਵ ਪ੍ਰਿੰਸੀਪਲ ਨੂੰ ਸੁਪਰੀਮ ਕੋਰਟ ਦੇ ਵਿੱਚ ਇਨਫੋਰਸ ਕਰਾ ਸਕਦੇ ਹਾਂ? ਤੁਸੀਂ ਕਹਿਣਾ ਨਹੀਂ ਜੀ, ਸਿਰਫ ਅਧਿਕਾਰ ਕਰਾ ਸਕਦੇ ਹਾਂ। ਡਾਇਰੈਕਟਿਵ ਪ੍ਰਿੰਸੀਪਲ ਤਾਂ ਸਰਕਾਰ, ਜਿਹੜੀ ਸਰਕਾਰ ਹੈ ਉਹਦੀ ਨੀਤੀ ਪੇਸ਼ ਕਰਦੀ ਹੈ। ਬਾਕੀ ਜਿਹੜਾ ਉਹ ਨੀਤੀ ਨਾਲ ਕੰਮ ਕਰੇ, ਠੀਕ ਹੈ, ਤਾਂ ਕਿ ਲੋਕੀ ਜਿਹੜੇ ਹੈ ਵਧੀਆ ਜੀਵਨ ਜੀ ਸਕਣ, ਇੱਕ ਸਟੈਂਡਰਡ ਦਾ ਜੀਵਨ ਜੀ ਸਕਣ, ਠੀਕ ਹੈ। ਲੋਕਾਂ ਨੂੰ ਜਿਹੜਾ ਪੂਰੀ ਫ੍ਰੀडम ਮਿਲ ਸਕੇ, ਤਾਂ ਕਰਕੇ ਡਾਇਰੈਕਟਿਵ ਪ੍ਰਿੰਸੀਪਲ ਬਣਾਏ ਗਏ ਸੀਗੇ, ਠੀਕ ਹੈ ਜੀ। ਆਇਰਲੈਂਡ ਤੋਂ ਦਿੱਤੇ ਗਏ ਸੀਗੇ। ਆਰਟੀਕਲ 36 ਤੋਂ 51 ਤੱਕ ਹੈ, ਠੀਕ ਹੈ ਜੀ। ਇਹ ਡਾਇਰੈਕਟਿਵ ਪ੍ਰਿੰਸੀਪਲ ਦੀ ਗੱਲ ਹੋਊਗੀ। ਬਾਕੀ ਮੈਂ ਇੱਕ ਲਿਸਟ ਵੀ ਸ਼ੇਅਰ ਕਰ ਦਾਂਗਾ ਡਾਇਰੈਕਟਿਵ ਪ੍ਰਿੰਸੀਪਲ ਕਿਹੜੇ ਹਨ। ਅੱਜ ਜਾਂ ਕੱਲ ਦੇ ਵਿੱਚ ਟੈਲੀਗ੍ਰਾਮ ਦੇ ਵਿੱਚ ਲਿਸਟ ਸ਼ੇਅਰ ਕਰ ਦਾਂਗੇ। ਇਹ ਜ਼ਿਆਦਾਤਰ ਤੁਹਾਨੂੰ ਇੰਗਲਿਸ਼ ਹੀ ਮਿਲਣਗੇ, ਪਰ ਇਹਦੀ ਭਾਸ਼ਾ ਸੌਖੀ ਹੋਊਗੀ, ਤੁਹਾਨੂੰ ਯਾਦ ਹੋ ਜਾਊਗਾ। ਇਹਦੀ ਲਿਸਟ ਵੀ ਜਿਹੜੀ ਮੈਂ ਸ਼ੇਅਰ ਕਰ ਦਾਂਗਾ ਇੱਕ ਵਾਰੀ ਡਾਇਰੈਕਟਿਵ ਪ੍ਰਿੰਸੀਪਲ ਦੀ। ਆਪਾਂ ਹੁਣ ਪੜਾਂਗੇ ਭਾਗ ਚੌਥਾ A, ਬਹੁਤ ਇੰਪੋਰਟੈਂਟ ਹੈ, ਮਾਰਕ ਕਰ ਲਿਓ। ਹਿੱਸਾ ਚੌਥਾ A, ਪਾਰਟ 4A ਨਾ, ਪਾਰਟ 4A, ਹਿੱਸਾ 4A। ਉਹਦੇ ਵਿੱਚ ਬੁਨਿਆਦੀ ਫਰਜ਼ ਦਿੱਤੇ ਗਏ ਨੇ। बुनियादी फर्ज पढ़ा सी कित्थों दिते हैं? रशिया तो दिते हैं, रूस तो बुनियादी फर्ज दिते हैं। किन्ने होंदे हैं? 11 बुनियादी फर्ज ने रूस तो दिते गए ने। पार्ट 4A यानी कि हिस्सा 4A दे विच ने, ठीक है जी। ते
ਇਹ ਜਿਹੜੇ ਐਡ ਕੀਤੇ ਗਏ ਸੀਗੇ 42ਵੇਂ ਸੋਧ ਰਾਹੀਂ ਐਡ ਕੀਤੇ ਗਏ ਸੀਗੇ ਵੀ ਯਾਨੀ ਕਿ ਜਦੋਂ ਸੰਵਿਧਾਨ ਬਣਿਆ ਸੀ ਤਦੋਂ ਬੁਨਿਆਦੀ ਫਰਜ਼ ਨਹੀਂ ਸੀ ਇਹਦੇ ਵਿੱਚ। ਠੀਕ ਹੈ ਜੀ, ਇਹ ਤਾਂ 42ਵਾਂ ਸੋਧ ਕੀਤਾ ਗਿਆ, ਉਹਦੇ ਰਾਹੀਂ ਜਿਹੜੇ ਹੈ ਬੁਨਿਆਦੀ ਫਰਜ਼ ਐਡ ਕੀਤੇ ਗਏ ਸੀਗੇ। ਠੀਕ ਹੈ ਜੀ, ਬੁਨਿਆਦੀ ਫਰਜ਼ 11 ਹੁੰਦੇ ਆ, ਪੇਪਰ ਦੇ ਵਿੱਚ ਤੁਹਾਨੂੰ ਸਿਰਫ ਇੰਨਾ ਹੀ ਪੁੱਛਦਾ ਕਿੰਨੇ ਹੁੰਦੇ ਆ। ਠੀਕ ਹੈ ਜੀ, ਤੁਹਾਨੂੰ ਇਹ ਨਹੀਂ ਪੁੱਛਦਾ ਵੀ ਬੁਨਿਆਦੀ ਜਿਹੜੇ ਫਰਜ਼ ਹੁੰਦੇ ਆ ਉਹ ਉਹਨਾਂ ਦੀ ਵੀ ਅੰਦਰੋਂ ਡੀਪ ਚ ਨਹੀਂ ਪੁੱਛਦਾ, ਤੇ ਇਸ ਕਰਕੇ ਤੁਸੀਂ ਇੰਨਾ ਹੀ ਯਾਦ ਰੱਖੋ 11 ਹੁੰਦੇ ਆ, ਰੂਸ ਤੋਂ ਲਿੱਤੇ ਗਏ ਸੀ ਤੇ 42ਵੇਂ ਸੋਧ ਰਾਹੀਂ ਐਡ ਕੀਤੇ ਗਏ ਸੀਗੇ ਭਾਗ ਚੌਥੇ ਏ ਦੇ ਵਿੱਚ। ਭਾਗ ਚੌਥਾ ਤੇ ਭਾਗ ਚੌਥੇ ਵਿੱਚ ਕੰਫਿਊਜ਼ ਨਹੀਂ ਹੋਣਾ। ਚੌਥੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ, ਚੌਥੇ ਏ ਦੇ ਵਿੱਚ ਬੁਨਿਆਦੀ ਫਰਜ਼ ਯਾਨੀ ਕਿ ਫੰਡਾਮੈਂਟਲ ਡਿਊਟੀਜ਼। ਠੀਕ ਹੈ ਜੀ, 2 ਹੋ ਗਏ। ਆਪਾਂ ਹੁਣ ਗੱਲ ਕਰ ਰਹੇ ਸੀ ਪਾਰਟ 5 ਯਾਨੀ ਕਿ ਹਿੱਸਾ 5ਵਾਂ। ਹਿੱਸੇ 5ਵੇਂ ਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਆਰਟੀਕਲ 52 ਤੋਂ 151 ਤੱਕ ਹੁੰਦਾ ਹੈ। ਦੇਖੋ ਚੌਥੇ ਏ ਤੱਕ ਤੁਹਾਨੂੰ ਆਰਟੀਕਲ ਜ਼ਿਆਦਾਤਰ ਪੁੱਛਦਾ ਹੈ ਵੀ ਇਹ ਕਿੰਨੇ ਆਰਟੀਕਲ ਤੋਂ ਕਿੰਨੇ ਆਰਟੀਕਲ ਤੱਕ ਹੈ। ਠੀਕ ਹੈ ਨਾ, ਇਹ ਤੁਸੀਂ ਇੱਥੇ ਤੱਕ ਯਾਦ ਰੱਖਣਾ 51 ਤੱਕ। ਠੀਕ ਹੈ, ਉਸ ਤੋਂ ਬਾਅਦ ਤੁਹਾਨੂੰ ਇੰਨਾ ਮੈਟਰ ਨਹੀਂ ਕਰਦਾ। ਠੀਕ ਹੈ ਜੀ, ਬਸ ਤੁਹਾਨੂੰ ਇਹ ਪਤਾ ਲੱਗਦਾ ਹਿੱਸਾ 5ਵਾਂ ਰਾਸ਼ਟਰਪਤੀ ਕਿਹੜੇ ਹਿੱਸੇ ਦੇ ਅੰਦਰ ਆਉਂਦਾ ਹੈ, ਹਿੱਸਾ 5ਵਾਂ ਜੀ। ਤੇ ਰਾਸ਼ਟਰਪਤੀ ਹੈ, ਉਹ ਰਾਸ਼ਟਰਪਤੀ ਦੇ ਵਿੱਚ ਕਈ ਸਾਰੀ ਪਾਵਰ ਹੁੰਦੀਆਂ ਰਾਸ਼ਟਰਪਤੀ ਵਿੱਚ ਹੁੰਦੀਆਂ ਤੇ ਰਾਸ਼ਟਰਪਤੀ ਦੇ ਬਾਰੇ ਜਿਹੜਾ ਹਿੱਸਾ 5ਵਾਂ ਹੈ ਨਾ, ਉਹ ਰਾਸ਼ਟਰਪਤੀ, ਉਪ ਰਾਸ਼ਟਰਪਤੀ, कैग ऑफिसर हो गया, अटारनी जनरल हो गया, सारा कुछ हिस्से 5वें ਦੇ ਅੰਦਰ ਆਉਂਦਾ ਹੈ। ਤਾਂ ਹਿੱਸਾ 5ਵਾਂ ਜਿਹੜਾ ਸੰਵਿਧਾਨ ਦਾ ਕਾਫੀ ਇੰਪੋਰਟੈਂਟ ਹੈ। ਠੀਕ ਹੈ ਜੀ, ਬਾਕੀ ਰਾਸ਼ਟਰਪਤੀ ਬਾਰੇ ਮੈਂ ਦੱਸ ਦੇਣਾ ਤੁਹਾਨੂੰ। ਰਾਸ਼ਟਰਪਤੀ ਜਿਹੜਾ ਹੈ ਉਹ ਵੀ ਇੰਪੋਰਟੈਂਟ ਹੋ ਜਾਂਦਾ ਆਪਾਂ ਨੂੰ ਵੀ ਰਾਸ਼ਟਰਪਤੀ ਜਿਹੜਾ ਉਹਦੀ ਯੋਗਤਾ ਕੀ ਹੋਣੀ ਚਾਹੀਦੀ ਹੈ, ਕਾਰਜਕਾਲ ਕੀ ਹੋਣਾ ਚਾਹੀਦਾ। ਠੀਕ ਹੈ ਜੀ, ਰਾਸ਼ਟਰਪਤੀ 52 ਤੋਂ 151 ਤੱਕ ਵਿੱਚ ਆਰਟੀਕਲ ਦੇ ਵਿੱਚ ਆਉਂਦਾ ਹੈ। ਠੀਕ ਹੈ ਜੀ, ਆਪਾਂ ਹੁਣ ਗੱਲ ਕਰਾਂਗੇ ਹਿੱਸੇ 5ਵੇਂ ਦੀ। ਤਾਂ ਯੋਗਤਾ ਕੀ ਹੋਣੀ ਚਾਹੀਦੀ ਹੈ ਰਾਸ਼ਟਰਪਤੀ ਦੀ, ਵੀ ਜਿਹੜਾ ਰਾਸ਼ਟਰਪਤੀ ਉਹ ਕੀ ਯੋਗ ਹੋਣਾ ਚਾਹੀਦਾ। ਪਹਿਲੀ ਗੱਲ ਤਾਂ 35 ਸਾਲ ਦਾ ਹੋਣਾ ਚਾਹੀਦਾ, ਕਮ ਸੇ ਕਮ 35 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਰਾਸ਼ਟਰਪਤੀ। ਠੀਕ ਹੈ ਜੀ, ਰਾਸ਼ਟਰਪਤੀ 35 ਸਾਲ ਦਾ ਜ਼ਰੂਰ ਹੋਣਾ ਚਾਹੀਦਾ ਹੀ ਚਾਹੀਦਾ। ਦੂਜੀ ਗੱਲ, ਰਾਸ਼ਟਰਪਤੀ ਹਿੰਦੁਸਤਾਨ ਦਾ ਨਾਗਰਿਕ ਹੋਣਾ ਚਾਹੀਦਾ। ਜਿਹੜਾ ਹਿੰਦੁਸਤਾਨ ਦਾ ਨਾਗਰਿਕ ਹੋਣਾ ਚਾਹੀਦਾ ਰਾਸ਼ਟਰਪਤੀ, ਤਾਂ ਹੀ ਰਾਸ਼ਟਰਪਤੀ ਬਣ ਸਕਦਾ। 35 ਸਾਲ ਦਾ ਤੇ ਹਿੰਦੁਸਤਾਨ ਦਾ ਨਾਗਰਿਕ। ਦੂਜੀ ਗੱਲ ਜੀ, ਕਾਰਜਕਾਲ ਕਿੰਨੇ ਟਾਈਮ ਲਈ ਬਣਦਾ ਰਾਸ਼ਟਰਪਤੀ, ਤਾਂ 5 ਸਾਲ ਲਈ ਬਣਦਾ ਜੀ। ਤੇ ਇੱਕ ਥੋੜੀ ਜਿਹੀ ਮੈਂ ਗਲਤੀ ਮਾਫੀ ਚਾਹੁੰਦਾ ਜੀ, ਕਈ ਜਗ੍ਹਾਵਾਂ ਤੇ ਲਿਖਿਆ ਪਿਆ ਸੀ ਜੀ ਰਾਸ਼ਟਰਪਤੀ ਦੀ ਤਨਖਾਹ ਜਿਹੜੀ ਉਹ 6 ਲੱਖ ਰੁਪਏ ਹੈ, ਤਾਂ ਆਪਾਂ 6 ਲੱਖ ਪੜ੍ਹੀ ਸੀ, ਪਰ ਨਹੀਂ ਜੀ, ਰਾਸ਼ਟਰਪਤੀ ਦੀ ਤਨਖਾਹ ਜਿਹੜੀ ਉਹ 5 ਲੱਖ ਹੈ। ਪੇਪਰ ਦੇ ਵਿੱਚ 5 ਲੱਖ ਸੈੱਟ ਕੀਤੀ ਜਾਂਦੀ ਹੈ। ਕਈ ਜਗ੍ਹਾਵਾਂ ਤੇ 6 ਲੱਖ ਲਿਖੀ ਪਈ ਹੈ, ਪਰ ਤੁਸੀਂ ਪੇਪਰ ਵਿੱਚ ਜੇ ਤੁਹਾਨੂੰ ਆ ਜਾਂਦਾ ਤੁਸੀਂ 5 ਲੱਖ ਲਿਖ ਕੇ ਆਉਣੀ ਹੈ, ਨਾ ਕਿ 6 ਲੱਖ। ਤੁਸੀਂ ਇਹਦਾ ਧਿਆਨ ਰੱਖਣਾ, ਕਰੈਕਸ਼ਨ ਜਿਹੜੀ ਹੈ ਕਰ ਲੈਣੀ ਹੈ ਤੁਸੀਂ। ਠੀਕ ਹੈ ਜੀ, ਚੋਣ ਵਿਧੀ ਦੀ ਗੱਲ ਕਰਾਂਗਾ, ਚੁਣਿਆ ਕਿਵੇਂ ਜਾਂਦਾ। ਠੀਕ ਹੈ ਜੀ, ਵੋਟਾਂ ਕਿਵੇਂ ਪੈਂਦੀਆਂ। ਤਾਂ ਇਲੈਕਟੋਰਲ ਕਾਲਜ ਰਾਹੀਂ, ਇਲੈਕਟੋਰਲ ਕਾਲਜ ਰਾਹੀਂ ਨਾ ਕਈ ਲੋਕ ਇਕੱਠੇ ਕੀਤੇ ਜਾਂਦੇ, ਸਦੱਸਿਆ ਇਕੱਠੇ ਕੀਤੇ ਜਾਂਦੇ ਆ। ਠੀਕ ਹੈ ਜੀ, ਉਹਨਾਂ ਸਦੱਸਿਆਂ ਦੇ ਰਾਹੀਂ ਜਿਹੜਾ ਚੁਣਿਆ ਜਾਂਦਾ। ਠੀਕ ਹੈ ਜੀ, ਇਲੈਕਟੋਰਲ ਕਾਲਜ ਨੂੰ ਤੁਸੀਂ ਅੰਦਰੋਂ ਨਾ ਪੜੋ, ਡੀਪਲੀ ਨਾ ਪੜੋ, ਇੰਪੋਰਟੈਂਟ ਨਹੀਂ ਹੈ। ਡੀਪ ਜਾਓਗੇ ਤੁਸੀਂ ਹੋਰ ਫਸ ਜਾਓਗੇ। ਪਤਾ ਕੀ ਚੱਕਰ ਹੈ, ਆਪਾਂ ਜਲਦੀ ਖਤਮ ਕਰਨਾ ਹੈ ਤੇ ਤੁਹਾਨੂੰ ਡੀਪ ਨਹੀਂ ਪੁੱਛੂਗਾ, ਤੁਹਾਨੂੰ ਬਸ ਯਾਦ ਕਰ ਲੈਣਾ। ਕਈ ਚੀਜ਼ਾਂ ਨੂੰ ਤੁਹਾਨੂੰ ਰੱਟਾ ਵੀ ਮਾਰਨਾ ਪਊਗਾ ਉਰੇ। ਠੀਕ ਹੈ ਜੀ, ਇਲੈਕਟੋਰਲ ਕਾਲਜ ਰਾਹੀਂ ਜਿਹੜਾ ਉਹਨੂੰ ਇਲੈਕਟ ਕੀਤਾ ਜਾਂਦਾ, ਨਹੀਂ ਚੁਣਿਆ ਜਾਂਦਾ। ਠੀਕ ਹੈ ਜੀ, ਉਹਦੇ ਕੋਲ ਵੀ ਸ਼ਕਤੀਆਂ ਵੀ ਹੁੰਦੀਆਂ ਜੀ। ਹਾਂਜੀ, ਆਪਾਂ ਨੂੰ ਪਤਾ ਜੇ ਕੋਈ ਬੰਦੇ ਨੂੰ ਫਾਂਸੀ ਦੇਣੀ ਹੋਵੇ, ਜੇ ਕੋਈ ਬੰਦੇ ਨੂੰ ਆਪਾਂ ਕਹਿੰਦੇ ਆ ਫਾਂਸੀ ਮਿਲਣੀ ਹੈ ਜੀ ਇਹਨੂੰ, ਪਰ ਇਹਨੂੰ ਜੇ ਕੋਈ ਮਾਫ ਕਰ ਸਕਦਾ ਤਾਂ ਰਾਸ਼ਟਰਪਤੀ ਮਾਫ ਕਰ ਸਕਦਾ। ਤਾਂ ਰਾਸ਼ਟਰਪਤੀ ਕੋਲ ਪਾਰਡਨ ਯਾਨੀ ਮਾਫੀ ਦੀ ਸ਼ਕਤੀ ਹੁੰਦੀ ਹੈ ਵੀ ਕੋਈ ਬੰਦਾ ਜਿਹਨੂੰ ਫਾਂਸੀ ਦੇਣੀ ਹੋਵੇ ਉਹਨੂੰ ਪਾਰਡਨ ਜਾਂ ਮਾਫ ਕਰ ਸਕਦਾ ਰਾਸ਼ਟਰਪਤੀ। ਉਹ ਕਿਹੜੇ ਆਰਟੀਕਲ ਦੇ ਅੰਦਰ ਕਰ ਸਕਦਾ, ਆਰਟੀਕਲ 72। ਪੇਪਰ ਦੇ ਵਿੱਚ ਸਿੱਧਾ ਆਰਟੀਕਲ ਹੁੰਦਾ ਹੈ ਵੀ ਆਰਟੀਕਲ 72 ਦੇ ਰਾਹੀਂ ਕਿਹੜੀ ਸ਼ਕਤੀ ਹੈ, ਤਾਂ ਮਾਫੀ ਦੀ, ਪਾਰਡਨ ਦੀ। ਠੀਕ ਹੈ, ਪਾਰਡਨ ਦੀ ਤੇ ਮਾਫੀ ਦੀ ਸ਼ਕਤੀ ਕਿਸ ਆਰਟੀਕਲ ਰਾਹੀਂ ਹੈ, ਤਾਂ ਆਰਟੀਕਲ 72 ਰਾਹੀਂ। ਇਹ ਪੇਪਰ ਵਿੱਚ ਸਿੱਧਾ ਕੁਐਸਚਨ ਬਣਦਾ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਇੱਕ ਹੋਰ ਆਰਟੀਕਲ ਰਾਹੀਂ ਕੋਈ ਸ਼ਕਤੀ ਹੁੰਦੀ ਹੈ, ਆਰਟੀਕਲ 123। ਆਰਟੀਕਲ 123 ਰਾਹੀਂ ਉਹ ਆਰਡੀਨੈਂਸ ਬਣਾ ਸਕਦਾ ਹੈ। ਆਪਾਂ ਕਹਿੰਦੇ ਨੇ ਕੁਝ ਆਰਡੀਨੈਂਸ ਪਾਸ ਕਰਤੇ, ਕੋਈ ਆਰਡੀਨੈਂਸ ਬਣਾਤਾ, ਜਿਹੜਾ ਆਰਡੀਨੈਂਸ ਬਣਾਉਣ ਦੀ ਸ਼ਕਤੀ ਹੁੰਦੀ ਹੈ ਰਾਸ਼ਟਰਪਤੀ ਕੋਲ। ਜਿਹੜਾ ਰਾਸ਼ਟਰਪਤੀ ਆਰਡੀਨੈਂਸ ਬਣਾਉਂਦਾ ਉਹ 123 ਆਰਟੀਕਲ ਦੇ ਅੰਦਰ ਬਣਾਉਂਦਾ ਹੈ। 123 ਆਰਟੀਕਲ ਦੇ ਅੰਦਰ ਰਾਸ਼ਟਰਪਤੀ ਜਿਹੜਾ ਆਰਡੀਨੈਂਸ ਬਣਾ ਸਕਦਾ ਹੈ। ਠੀਕ ਹੈ ਜੀ, ਇਹ ਦੋ ਸ਼ਕਤੀਆਂ ਤੁਸੀਂ ਮੇਨ ਜਿਹੜੀਆਂ ਯਾਦ ਕਰਨੀਆਂ ਹੀ ਕਰਨੀਆਂ, ਰੱਟਾ ਮਾਰ ਲੈਣੀ ਹੈ। ਆਰਟੀਕਲ 123, ਆਰਟੀਕਲ 72। ਠੀਕ ਹੈ ਜੀ, ਤੀਜੀ ਸ਼ਕਤੀ 12 ਮੈਂਬਰ ਨੋਮੀਨੇਟ ਕਰਦਾ ਰਾਜ ਸਭਾ ਦੇ ਵਿੱਚ। ਇਹ ਸਬ ਇੰਸਪੈਕਟਰ ਦਾ ਕੁਐਸਚਨ ਸੀ ਪਿਛਲੀ ਵਾਰ 2016 ਦੇ ਉੱਪਰ ਜਿਹੜਾ ਹੋਇਆ ਸੀਗਾ, ਸਬ ਇੰਸਪੈਕਟਰ ਦਾ ਕੁਐਸਚਨ ਸੀ ਇਹ ਕਿ 12 ਮੈਂਬਰ ਨੋਮੀਨੇਟ ਕਰਦਾ ਹੈ ਰਾਸ਼ਟਰਪਤੀ। ਪੇਪਰ 'ਚ ਕੁਐਸਚਨ ਐਵੇਂ ਆਇਆ ਸੀ, ਕਿੰਨੇ ਮੈਂਬਰ ਨੋਮੀਨੇਟ ਕਰਦਾ ਹੈ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ, ਤਾਂ 12 ਆਨਸਰ ਸੀਗਾ। ਇਹ ਸਬ ਇੰਸਪੈਕਟਰ 2016 ਦਾ ਕੁਐਸਚਨ ਦੱਸ ਰਿਹਾ ਤੁਹਾਨੂੰ ਮੈਂ। ਤੇ ਜੋ ਵੀ ਹੈ ਨਾ ਜੀ, ਬਹੁਤ ਇੰਪੋਰਟੈਂਟ ਚੀਜ਼ਾਂ ਤੁਹਾਨੂੰ ਮੈਂ ਦੱਸ ਰਿਹਾ ਇੱਥੇ
ठीक है जी। ਆਪਾਂ ਪਹਿਲਾਂ ਪੜਿਆ ਪਾਰਟ 4th, ਫਿਰ ਪਾਰਟ 4A, ਫਿਰ ਪਾਰਟ 5th ਦਾ ਆਪਾਂ ਸ਼ੁਰੂਆਤ ਕਰਤੀ ਹੈ, ਜਿਹਦੇ ਵਿੱਚ ਰਾਸ਼ਟਰਪਤੀ ਬਾਰੇ ਆਪਾਂ ਜਾਣ ਲਿਆ, ਯੋਗਤਾ, ਕਾਰਜਕਾਲ, ਤਨਖਾਹ, ਚੋਣ ਵਿਧੀ, ਸ਼ਕਤੀਆਂ, 2 ਸ਼ਕਤੀਆਂ ਦੇਖੀਆਂ, ਫਿਰ 12 ਮੈਂਬਰ ਨੋਮੀਨੇਟ ਕਰਦਾ ਹੈ। ठीक है जी, 12 ਮੈਂਬਰ ਨੋਮੀਨੇਟ ਕਰਦਾ ਹੈ। ਕਈ ਵਾਰ ਪੁੱਛ ਜਾਂਦਾ ਕਿਸ ਆਧਾਰ ਤੇ ਕਰਦਾ 12 ਮੈਂਬਰ ਨੋਮੀਨੇਟ, ਤਾਂ ਆਧਾਰ ਇਹ ਹੁੰਦਾ ਹੈ ਜਿਵੇਂ ਕੋਈ ਬੰਦਾ ਪੋਲਿਟਿਕਸ ਦੇ ਵਿੱਚ ਵਧੀਆ ਹੋਵੇ, ਠੀਕ ਹੈ ਜੀ, ਕੋਈ ਬੰਦਾ ਜਿਹੜਾ ਪਬਲਿਕ ਵਰਕ ਦੇ ਵਿੱਚ ਵਧੀਆ ਹੋਵੇ, ਉਹਨਾਂ ਮੈਂਬਰਾਂ ਨੂੰ ਨੋਮੀਨੇਟ ਕੀਤਾ ਜਾਂਦਾ ਹੈ। ਜੇ ਕੋਈ ਲਿਟਰੇਚਰ, ਕੋਈ ਪੱਤਰਕਾਰ ਹੋ ਗਿਆ, ਕੋਈ ਲਿਟਰੇਚਰ ਹੋ ਗਿਆ ਜਿਹੜਾ ਲਿਖਦਾ ਹੈ, ਆਥਰ ਹੋ ਗਿਆ, ਉਹ ਬਹੁਤ ਵਧੀਆ ਕੰਮ ਕਰ ਲਿਆ ਦੇਸ਼ ਲਈ, ਤਾਂ ਕਰਕੇ ਉਹਨੂੰ ਨੋਮੀਨੇਟ ਕਰ ਲਿੱਤਾ ਜਾਂਦਾ ਹੈ। ਇਹ ਕਈ ਸਾਰੀਆਂ ਨੇ ਸਾਇੰਸ ਐਂਡ ਟੈਕਨੋਲੋਜੀ ਦੇ ਅੰਡਰ ਵੀ ਨੋਮੀਨੇਟ ਕਰ ਸਕਦੇ ਆ, ਜੇ ਕੋਈ ਸਾਇੰਸ 'ਚ ਵਧੀਆ ਕੰਮ ਕਰਦਾ ਹੈ ਤਾਂ ਵੀ ਨੋਮੀਨੇਟ ਕਰ ਦਿੰਦੇ ਰਾਜ ਸਭਾ ਦੇ ਵਿੱਚ, ਤਾਂ ਕਿ ਉਹ ਦੇਸ਼ ਦੀ ਤਰੱਕੀ ਲਈ ਜਿਹੜਾ ਹਿੱਸਾ ਪਾ ਸਕੇ। ਠੀਕ ਹੈ ਜੀ, ਤੁਹਾਨੂੰ ਪੇਪਰ ਦੇ ਵਿੱਚ ਸਿੱਧਾ ਇਹਦਾ ਕੁਐਸਚਨ ਬਣ ਜਾਂਦਾ ਹੈ ਕਿ ਕਿੰਨੇ ਮੈਂਬਰ ਨੋਮੀਨੇਟ ਕਰਦਾ, ਤਾਂ 12 ਮੈਂਬਰ ਨੋਮੀਨੇਟ ਕਰਦਾ ਹੈ। ਹੁਣ ਕਈ ਵਾਰੀ ਪੇਪਰ ਦੀ ਕੁਐਸਚਨ ਵੀ ਆ ਜਾਂਦਾ ਹੈ, ਵੈਸੇ ਮੈਂ ਕੁਐਸਚਨ ਚਲੋ ਬਹੁਤ ਵੱਡੇ ਲੈਵਲ ਦਾ, ਥੋੜਾ ਵੱਡੇ ਲੈਵਲ 'ਚ ਆ ਜਾਂਦਾ ਕੁਐਸਚਨ ਕਿ ਪਹਿਲੀ ਅਭਿਨੇਤਾ ਕਿਹੜੀ ਸੀਗੀ, ਯਾਨੀ ਕਿਹੜੀ ਐਕਟਰੈਸ ਸੀਗੀ ਜਿਹਨੂੰ ਰਾਜ ਸਭਾ ਦੇ ਵਿੱਚ ਨੋਮੀਨੇਟ ਕੀਤਾ ਗਿਆ ਸੀਗਾ। ਤਾਂ ਠੀਕ ਹੈ ਜੀ, ਜਦ ਪਹਿਲੀ ਜਿਹੜੀ ਨੋਮੀਨੇਟ ਕੀਤੀ ਗਈ ਸੀ ਉਹਦਾ ਨਾਮ ਸੀ ਨਰਗਿਸ ਦੱਤ। ਨਰਗਿਸ ਦੱਤ ਪੇਪਰ ਦੇ ਵਿੱਚ ਵੈਸੇ ਪੁੱਛੇ ਘੱਟ ਹੀ ਜਾਂਦਾ, ਪਰ ਫਿਰ ਵੀ ਤੁਸੀਂ ਇੱਕ ਵਾਰੀ ਯਾਦ ਰੱਖ ਲਓ, ਫ੍ਰੀਕੁਐਂਟ ਕੁਐਸਚਨ ਹੈ ਵੀ ਕਿਹੜੀ ਪਹਿਲੀ ਅਭਿਨੇਤਾ ਯਾਨੀ ਐਕਟਰੈਸ ਸੀਗੀ ਜਿਹਨੂੰ ਨੋਮੀਨੇਟ ਕੀਤਾ ਗਿਆ ਸੀ ਰਾਜ ਸਭਾ ਦੇ ਵਿੱਚ, ਪਹਿਲੀ ਐਕਟਰੈਸ ਤਾਂ ਨਰਗਿਸ ਦੱਤ। ਠੀਕ ਹੈ ਜੀ, ਇਹ ਸੰਜੇ ਦੱਤ ਦੀ ਮਾਂ ਸੀਗੀ ਨਰਗਿਸ ਦੱਤ। ਠੀਕ ਹੈ ਜੀ, ਉਹਨੂੰ ਪਹਿਲੀ ਵਾਰੀ ਜਿਹੜੀ ਐਕਟਰੈਸ ਸੀਗੀ ਨੂੰ ਨੋਮੀਨੇਟ ਕੀਤਾ ਗਿਆ ਸੀਗਾ। ਧਿਆਨ ਰੱਖਣਾ 12 ਮੈਂਬਰ ਨੋਮੀਨੇਟ ਕੀਤੇ ਜਾਂਦੇ ਆ, ਬਾਕੀ ਮੈਂ ਜੋ ਜੋ ਇੰਪੋਰਟੈਂਟ ਹੈ ਉਹਨੂੰ ਨਾਲ ਦੀ ਨਾਲ ਦੱਸੀ ਜਾ ਰਿਹਾ। ਮੈਂ ਹੁਣ ਅਗਲੀ ਸਲਾਈਡ ਨੂੰ ਲਾਵਾਂਗਾ ਜੀ। ਠੀਕ ਹੈ ਜੀ, ਆਪਾਂ ਹੁਣ ਗੱਲ ਕਰਨ ਜਾ ਰਹੇ ਹਾਂ ਜੀ ਉਪ ਰਾਸ਼ਟਰਪਤੀ ਯਾਨੀ ਕਿ ਵਾਈਸ ਪ੍ਰੈਜ਼ੀਡੈਂਟ ਦੀ। ਠੀਕ ਹੈ ਜੀ, ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ, ਸਭ ਤੋਂ ਪਹਿਲਾ ਕੁਐਸਚਨ ਨੋਟ ਕਰ ਲਓ, ਪੇਪਰ ਦੇ ਵਿੱਚ ਦੇਖਣ ਨੂੰ ਮਿਲੂਗਾ ਵੀ ਰਾਜ ਸਭਾ ਚੇਅਰਮੈਨ ਕੌਣ ਹੁੰਦਾ ਹੈ। ਜਿਹੜੀ ਰਾਜ ਸਭਾ ਹੁੰਦੀ ਹੈ ਨਾ ਜੀ, ਆਪਣੀ ਵਿਧਾਨ ਸਭਾ ਜਿਹੜੀ ਹੈ ਉਹ 2 ਤਰੀਕੇ ਦੀ ਹੈ। ਦੂਲੀ ਵਿਧਾਨ ਸਭਾ ਹੈ ਆਪਣੀ, ਕਿੱਥੋਂ ਲਿੱਤਾ ਸੀ, ਯੂਕੇ ਤੋਂ। ਠੀਕ ਹੈ ਜੀ, ਵਿਧਾਨ ਸਭਾ 2 ਤਰੀਕੇ ਦੀ ਹੈ, ਇੱਕ ਰਾਜ ਸਭਾ, ਦੂਜੀ ਲੋਕ ਸਭਾ। ਠੀਕ ਹੈ ਜੀ, ਜਿਹੜੀ ਦੋਨੋਂ ਸਭਾਵਾਂ ਹੈ ਨਾ, ਰਾਜ ਸਭਾ ਨੂੰ ਕਹਿੰਦੇ ਆ ਅਪਰ ਹਾਊਸ ਯਾਨੀ ਉੱਪਰਲਾ ਘਰ, ਲੋਅਰ ਹਾਊਸ ਲੋਕ ਸਭਾ ਨੂੰ ਕਹਿੰਦੇ ਆ ਨਿਚਲਾ ਘਰ। ਤੁਸੀਂ ਯਾਦ ਰੱਖ ਸਕਦੇ ਹੋ, ਲੋਅਰ ਲੋਕ ਸਭਾ, ਅਪਰ ਰਾਜ ਸਭਾ। 2 ਤਰੀਕੇ ਦੇ ਹਾਊਸ ਹੁੰਦੇ ਆ। ਲੋਕ ਸਭਾ ਨੂੰ ਹੈਡ ਕਰਦਾ ਸਪੀਕਰ। ਠੀਕ ਹੈ ਜੀ, ਲੋਕ ਸਭਾ ਨੂੰ ਕੌਣ ਹੈਡ ਕਰਦਾ, ਸਪੀਕਰ। ਤੇ ਰਾਜ ਸਭਾ ਨੂੰ ਕੌਣ ਹੈਡ ਕਰਦਾ ਹੈ, ਉਪ ਰਾਸ਼ਟਰਪਤੀ। ਉਪ ਰਾਸ਼ਟਰਪਤੀ ਜਿਹੜਾ ਹੁੰਦਾ ਹੈ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ। ਪੇਪਰ ਦੇ ਵਿੱਚ ਸਿੱਧਾ ਕੁਐਸਚਨ ਲੈ ਲਿਓ, ਲੋਕ ਸਭਾ ਦਾ ਹੈਡ ਸਪੀਕਰ, ਰਾਜ ਸਭਾ ਦਾ ਹੈਡ ਚੇਅਰਮੈਨ ਜਿਹੜਾ ਹੁੰਦਾ ਹੈ ਉਪ ਰਾਸ਼ਟਰਪਤੀ ਯਾਨੀ ਕਿ ਵਾਈਸ ਪ੍ਰੈਜ਼ੀਡੈਂਟ। ਪਹਿਲਾ ਉਪ ਰਾਸ਼ਟਰਪਤੀ ਕੌਣ ਸੀਗਾ ਦੇਸ਼ ਦਾ, ਹਿੰਦੁਸਤਾਨ ਦਾ, ਐਸ ਰਾਧਾ ਕ੍ਰਿਸ਼ਨ। ਪਹਿਲਾ ਉਪ ਰਾਸ਼ਟਰਪਤੀ ਐਸ ਰਾਧਾ ਕ੍ਰਿਸ਼ਨ ਸੀਗਾ। ਠੀਕ ਹੈ ਜੀ, ਪਹਿਲਾ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਸੀਗਾ, ਯਾਦ ਰੱਖਣਾ ਹੈ। ਰਾਜਿੰਦਰ ਪ੍ਰਸਾਦ ਰਾਸ਼ਟਰਪਤੀ, ਐਸ ਰਾਧਾ ਕ੍ਰਿਸ਼ਨ ਉਪ ਰਾਸ਼ਟਰਪਤੀ। ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਦੀ। ਇਹ ਸਾਰਾ ਕੁਝ ਪੜ੍ਹ ਦੇਖੋ ਜੀ, ਆਪਾਂ ਲਾਸਟ ਗੱਲ ਕਰਨ ਜਾ ਰਹੇ ਹਾਂ ਪ੍ਰਧਾਨ ਮੰਤਰੀ ਦੀ। ਪ੍ਰਧਾਨ ਮੰਤਰੀ ਵੀ ਜਿਹੜਾ ਭਾਗ 5ਵੇਂ ਦੇ ਵਿੱਚ ਹੀ ਆਉਂਦਾ ਹੈ। ਠੀਕ ਹੈ ਜੀ, ਪ੍ਰਧਾਨ ਮੰਤਰੀ ਵੀ ਭਾਗ 5ਵੇਂ ਦੇ ਵਿੱਚ ਹੀ ਆਉਂਦਾ ਹੈ। ਤਾਂ ਸਰਕਾਰ ਦਾ ਮੁਖੀ ਕਿਹਾ ਜਾਂਦਾ ਪ੍ਰਧਾਨ ਮੰਤਰੀ ਨੂੰ। ਜਿਹੜੀ ਮੇਨ ਪਾਵਰ ਹੈ ਉਹ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ। ਜਿਹੜਾ ਰਾਸ਼ਟਰਪਤੀ ਹੁੰਦਾ ਜਿਹੜਾ ਨੋਮੀਨਲ ਹੈਡ ਹੁੰਦਾ ਹੈ, ਵੀ ਉਹ ਕੰਮ ਨਹੀਂ ਕਰਦਾ ਇੰਨਾ। ਸਾਡੇ ਦੇਸ਼ ਦੇ ਵਿੱਚ ਕਿਹੜੀ ਗਵਰਨਮੈਂਟ ਹੈ, ਪਾਰਲੀਮੈਂਟਰੀ, ਨਾ ਕਿ ਪ੍ਰੈਜ਼ੀਡੈਂਸ਼ੀਅਲ। ਯਾਦ ਹੈ ਆਪਾਂ ਕੀਤਾ ਸੀਗਾ, ਤਾਂ ਇਹਦਾ ਵੀ ਧਿਆਨ ਰੱਖਣਾ ਤੁਸੀਂ। ਠੀਕ ਹੈ ਜੀ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ। ਤੇ ਮੰਤਰੀਆਂ ਦੇ ਜੋੜ ਯਾਨੀ ਕਿ ਕਾਉਂਸਲ ਆਫ ਮਿਨਿਸਟਰ ਨੂੰ ਹੈਡ ਕੌਣ ਕਰਦਾ ਹੈ, ਤਾਂ ਉਹ ਵੀ ਪ੍ਰਧਾਨ ਮੰਤਰੀ ਦਾ ਕੰਮ ਹੁੰਦਾ ਹੈ। ਕਾਉਂਸਲ ਆਫ ਮਿਨਿਸਟਰ ਨੂੰ ਵੀ ਜਿਹੜਾ ਹੈਡ ਕਰਦਾ ਹੈ ਪ੍ਰਧਾਨ ਮੰਤਰੀ ਕਰਦਾ ਹੈ। ਠੀਕ ਹੈ ਜੀ, ਇਹ ਚੀਜ਼ਾਂ ਤੁਸੀਂ ਧਿਆਨ ਰੱਖਣਾ ਹੈ। ਤੇ ਆਪਾਂ ਅਗਲੀ ਕਲਾਸ ਪੜਾਂਗੇ ਵਿਧਾਨ ਸਭਾ ਬਾਰੇ, ਇਸ ਰਾਜ ਸਭਾ ਤੇ ਲੋਕ ਸਭਾ ਬਾਰੇ ਡੀਪ ਚ ਪੜਾਂਗੇ। ਠੀਕ ਹੈ ਜੀ, ਬਾਕੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਕੋਈ ਡਾਊਟ ਹੁੰਦਾ ਤੁਸੀਂ ਪੁੱਛ ਸਕਦੇ ਹੋ। ਮੇਰਾ ਨੰਬਰ ਵੀ ਮੈਂ ਦੇ ਚੁੱਕਾ, ਇੱਕ ਵਾਰੀ ਫੇਰ ਲਿਖ ਦਿੰਦਾ ਜੀ। ਠੀਕ ਹੈ ਜੀ, ਇਹ ਨੰਬਰ ਤੇ ਤੁਸੀਂ ਜਿਹੜਾ ਡਾਊਟ ਪੁੱਛ ਸਕਦੇ ਹੋ। ਠੀਕ ਹੈ ਜੀ, ਇਹ ਮੇਰਾ ਨੰਬਰ ਹੈ, ਡਾਊਟ ਪੁੱਛ ਸਕਦੇ ਹੋ, ਕਦੇ ਵੀ ਡਾਊਟ ਕਲੀਅਰ ਕਰ ਸਕਦੇ ਹੋ। ਠੀਕ ਹੈ ਜੀ, ਪੀਡੀਐਫ ਬਾਰੇ ਤੁਹਾਨੂੰ ਦੱਸ ਦਿੱਤਾ ਹੈ। ਬਾਕੀ ਜੋ ਹੋਊਗਾ ਆਪਾਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ। ਵੀ ਜਿੰਨਾ ਤੁਸੀਂ ਸ਼ੇਅਰ ਕਰੋਗੇ ਸਾਡੀ ਮੋਟੀਵੇਸ਼ਨ ਵੱਧਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।